हेलो सत श्री अकाल नमस्कार। ਹੁਣ ਆਪਣਾ ਟੌਪਿਕ ਹੈਗਾ ਇਕੁਵਲੈਂਟ ਵੇਟ, ਕੈਮਿਸਟਰੀ ਯੂਨਿਟ 1 ਬੇਸਿਕਸ। ਸੋ ਇਕੁਵਲੈਂਟ ਵੇਟ ਦੀ ਡੈਫੀਨੇਸ਼ਨ ਹੁੰਦੀ ਆ ਮੋਲੀਕੂਲਰ ਵੇਟ। ਜਿੱਦਾਂ ਮੰਨ ਲਓ ਕਿ ਸਲਫਿਊਰਿਕ ਐਸਿਡ ਆ, ਸਲਫਿਊਰਿਕ ਐਸਿਡ ਦਾ 98 ਬਣਿਆ, ਸੋ 98 ਡਿਵਾਈਡ ਬਾਏ ਸਮ ਫੈਕਟਰ। ਸੋ ਵੈਲੈਂਸੀ ਫੈਕਟਰ ਆਪਾਂ ਇਹਨੇ ਬਾਅਦ ਵਿੱਚ ਦੱਸਦੇ ਕੀ ਚੀਜ਼ ਹੈ। ਸੋ ਮੋਲੀਕੂਲਰ ਵੇਟ ਨੂੰ ਇੱਕ ਫੈਕਟਰ ਦੇ ਨਾਲ ਡਿਵਾਈਡ ਕਰਨਾ। ਦੇਰ ਸਮ ਫੈਕਟਰ ਜਿਹੜਾ ਅਸੀਂ ਉਹ ਡਿਫਾਈਨ ਕਰਦੇ ਦੱਸਦੇ ਹਾਂ ਵੀ ਕੌਣ ਆ। ਸੋ ਵੈਲੈਂਸੀ ਫੈਕਟਰ ਯੂ ਕੈਨ ਸੇ ਵੈਲੈਂਸੀ ਫੈਕਟਰ। ਹੁਣ ਆਪਣੇ ਕੋਲ ਕੈਮਿਸਟਰੀ 'ਚ ਮੋਟੇ ਤੌਰ 'ਤੇ ਛੋਟੀਆਂ ਕਲਾਸਾਂ 'ਚ ਵੀ ਤੁਸੀਂ ਚੈਪਟਰਸ ਦੇ ਨਾਂ ਦੇਖੇ ਹੋਣਗੇ, ਐਸਿਡਸ, ਬੇਸਿਸ ਐਂਡ ਸਾਲਟ, ਅਮਲ, ਖਾਰ ਅਤੇ ਲੂਣ। ਸੋ ਇਹ ਤਿੰਨ ਤਰ੍ਹਾਂ ਦੇ ਹੁੰਦੇ ਸਾਡੇ ਕੋਲ। ਇੱਕ ਐਸਿਡ ਹੁੰਦੇ ਆ, ਅਮਲ ਹੁੰਦੇ ਆ, ਤੇਜ਼ਾਬ ਹੁੰਦੇ ਆ, ਇੱਕ ਬੇਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਖਾਰ ਕਹਿੰਦੇ ਹਾਂ, ਅਤੇ ਇੱਕ ਸਾਲਟ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਲੂਣ ਕਹਿੰਦੇ ਹਾਂ। ਸੋ ਜਦੋਂ ਐਸਿਡ ਹੁੰਦੇ ਆ ਅਤੇ ਐਸਿਡਾਂ ਦੇ ਕੋਲ ਇੱਕ ਗੁਣ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਬੈਸਿਸਿਟੀ। ਕਿਹੜਾ ਗੁਣ ਹੁੰਦਾ? ਬੈਸਿਸਿਟੀ। ਐਸਿਡ ਕੋਲ ਹੁੰਦੀ ਆ ਬੈਸਿਸਿਟੀ ਅਤੇ ਬੇਸ ਕੋਲ ਹੁੰਦੀ ਹੈ ਐਸਿਡਿਟੀ। ਇਹ ਇੱਕ ਗੁਣ ਆ ਜਿਹੜਾ ਐਸਿਡ ਵਿੱਚ ਹੁੰਦਾ। ਐਸਿਡਸ ਹੈਵ ਬੈਸਿਸਿਟੀ। ਹੁਣ ਇਹ ਬੈਸਿਸਿਟੀ ਕੀ ਆ ਇਹ ਵੀ ਦੱਸਦੇ ਹਾਂ। ਸੋ ਇਕੁਵਲੈਂਟ ਵੇਟ ਜਦੋਂ ਐਸਿਡ ਦੀ ਗੱਲ ਕਰਨੀ ਆ, ਮੀਨਸ ਨੰਬਰ 1 ਯੂ ਕੈਨ ਸੇ ਨੰਬਰ 1 ਐਸਿਡ ਵਾਲਾ ਮਾਮਲਾ ਹੋਵੇ, ਫਿਰ ਅਸੀਂ ਕੀ ਕਰਨਾ, ਫਿਰ ਇਕੁਵਲੈਂਟ ਵੇਟ ਕਿੱਦਾਂ ਕੱਢਣਾ। ਸੋ ਫਿਰ ਇਕੁਵਲੈਂਟ ਵੇਟ ਕੱਢਣਾ ਮੋਲੀਕੂਲਰ ਵੇਟ। ਜਿੱਦਾਂ ਸੋਡੀਅਮ H2SO4 ਦਾ 98 ਆ, HCl ਦਾ ਆਈ ਥਿੰਕ 36.5 ਬਣਨਾ, ਹਾਈਡਰੋਜਨ ਦਾ 1 ਅਤੇ ਕਲੋਰੀਨ ਦਾ 35.5 ਹੁੰਦਾ ਆਈ ਥਿੰਕ, ਮਿਲਾ ਕੇ 36.5 ਬਣ ਗਿਆ। ਸੋ ਮੋਲੀਕੂਲਰ ਵੇਟ ਡਿਵਾਈਡ ਬਾਈ ਬੈਸਿਸਿਟੀ। ਹੁਣ ਇਹ ਬੈਸਿਸਿਟੀ ਕੀ ਆ ਇਹਦੇ ਬਾਰੇ ਗੱਲ ਕਰ ਲਈਏ। ਹੁਣ ਦੇਖੋ H2SO4 ਜਿਹੜਾ ਐਸਿਡ ਆ, ਸਲਫਿਊਰਿਕ ਐਸਿਡ, ਗੰਧਕ ਦਾ ਤੇਜ਼ਾਬ ਇਹਨੂੰ ਕਹਿੰਦੇ ਆ। ਸੋ ਇਹ ਜਦੋਂ ਆਪਣਾ ਐਸਿਡ ਪ੍ਰੋਪਰ ਐਸਿਡ ਦੇ ਰੂਪ ਵਿੱਚ ਇਹ ਕੰਮ ਕਰਦਾ ਅਤੇ 2H+ ਆਇਨ ਛੱਡਦਾ, ਇਹ ਰਿਲੀਜ਼ ਕਰਦਾ 2H+ ਆਇਨ ਜਿਹੜੇ ਆ ਉਹ ਲਿਬਰੇਟ ਕਰਦਾ, ਦਿੰਦਾ ਆ। ਇਹਦੇ 'ਚ 2H+ ਆਇਨ ਪੈਦਾ ਹੁੰਦੇ ਆ। ਜਿੰਨੇ H+ ਆਇਨ ਪੈਦਾ ਹੁੰਦੇ ਆ ਉਹਨੂੰ ਬੈਸਿਸਿਟੀ ਕਹਿੰਦੇ ਆ। ਐਸਿਡ ਦੀ ਬੈਸਿਸਿਟੀ ਦਾ ਮਤਲਬ ਹੁੰਦਾ ਕਿ H+ ਆਇਨ ਕਿੰਨੇ ਪੈਦਾ ਹੋਏ, H+ ਆਇਨ ਕਿੰਨੇ ਪੈਦਾ ਹੋਏ। ਸੋ ਉਹ ਜਿਹੜੀ ਹੁੰਦੀ ਆ ਉਸ ਐਸਿਡ ਦੀ ਬੈਸਿਸਿਟੀ ਹੁੰਦੀ ਆ। H2SO4 2H+ ਆਇਨ ਪੈਦਾ ਕਰਦਾ ਜਦੋਂ ਇਹਨੂੰ ਵਰਤਦੇ ਆ, ਜਦੋਂ ਇਹ ਆਮ ਰਿਐਕਸ਼ਨ ਕਰਦਾ ਆਮ ਹਾਲਾਤਾਂ ਵਿੱਚ। ਕਿਸੇ ਪਰਟੀਕੂਲਰ ਰਿਐਕਸ਼ਨ ਵਿੱਚ ਇਹ ਹੋ ਸਕਦਾ 1 H ਦੇਵੇ, ਬਟ ਆਪਾਂ ਨੋਰਮਲ ਮੰਨਦੇ ਹਾਂ ਕਿ 2H+ ਦਿੰਦਾ, ਇਸ ਲਈ ਇਹਦੀ ਬੈਸਿਸਿਟੀ ਕਿੰਨੀ ਹੋ ਗਈ? 2। ਜਿਹੜਾ HCl ਆ ਉਹ 1 H+ ਆਇਨ ਪੈਦਾ ਕਰੂਗਾ, ਇਸ ਲਈ ਇਹਦੀ ਬੈਸਿਸਿਟੀ ਹੋ ਗਈ 1। H3PO4 ਇੱਕ ਐਸਿਡ ਆ, ਇਹਦੀ ਜਿਹੜੀ ਆ ਇਹਦੇ 'ਚੋਂ 3 H+ ਪੈਦਾ ਹੋਣਗੇ, ਇਹਦੀ ਬੈਸਿਸਿਟੀ ਹੋ ਗਈ 3। ਪਰ ਇੱਕ ਹੋ ਰਿਹਾ H3PO2, ਇਹਦਾ ਹੀ ਭਰਾ ਆ ਕੋਈ, ਪਰ ਉਹਦੇ ਵਿੱਚ ਸਿਰਫ 1 H ਨਿਕਲਦਾ ਵਾ, ਇਸ ਲਈ ਉਹਦੀ ਜਿਹੜੀ ਆ ਬੈਸਿਸਿਟੀ ਹੋ ਗਈ 1। ਇੱਦਾਂ ਹੀ ਇਹ ਜਿੱਦਾਂ ਜਿੱਦਾਂ ਤੁਹਾਨੂੰ ਲੋੜ ਪੈਂਦੀ ਜਾਊਗੀ, ਤੁਸੀਂ ਪੜ੍ਹਦੇ ਜਾਓਗੇ, ਵੱਖਰੀਆਂ ਵੱਖਰੀਆਂ ਸਮੱਸਿਆਵਾਂ ਦੇ ਵਿੱਚ ਤੁਹਾਨੂੰ ਇਹ ਬੈਸਿਸਿਟੀ ਕਿੰਨੀ ਕਿੰਨੀ ਆ ਉਹ ਸਮਝ ਲੱਗਦੀ ਜਾਊਗੀ। ਇੱਥੇ ਅਸੀਂ ਰਫਲੀ ਜਾਂ ਮੋਟੇ ਤੌਰ 'ਤੇ ਕੁਛ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹਦਾ ਮਤਲਬ ਇਕੁਵਲੈਂਟ ਵੇਟ ਜੇ ਆਪਾਂ H2SO4 ਦਾ ਕੱਢਣਾ ਹੋਵੇ ਤਾਂ ਆਪਣਾ ਆਨਸਰ ਆ ਜਾਊਗਾ 98/2, ਸੋ ਮੀਨਸ 49। ਸੋ ਇਕੁਵਲੈਂਟ ਵੇਟ ਜਿਹੜਾ ਹੈਗਾ ਉਹ 49 ਜਿਹੜਾ ਹੈਗਾ ਉਹ ਬਣ ਜਾਊਗਾ। ਸੋ ਇੱਦਾਂ ਤੁਸੀਂ ਬਾਕੀ ਵੀ ਦੇਖ ਸਕਦੇ ਹੋ। ਸੋ ਐਸਿਡ ਵਾਲੇ ਮਾਮਲੇ ਦੇ ਵਿੱਚ ਇਕੁਵਲੈਂਟ ਵੇਟ ਕੱਢਣ ਦਾ ਇਹ ਤਰੀਕਾ ਸੀ। ਹੁਣ ਆ ਗਿਆ ਆਪਣੇ ਕੋਲ ਬੇਸ ਨੰਬਰ 2 'ਤੇ। ਸੋ ਵੀ ਹੈ ਬੇਸਿਸ। ਸੋ ਦੂਸਰੀ ਗੱਲ ਬੇਸ ਵਾਲੀ ਆ ਗਈ, ਖਾਰਾਂ ਵਾਲੀ ਆ ਗਈ। ਸੋ ਖਾਰ ਸੋਡੀਅਮ ਹਾਈਡਰੋਕਸਾਈਡ, ਮੈਗਨੀਸ਼ੀਅਮ ਹਾਈਡਰੋਕਸਾਈਡ, ਪੋਟਾਸ਼ੀਅਮ ਹਾਈਡਰੋਕਸਾਈਡ, ਐਲੂਮੀਨੀਅਮ ਹਾਈਡਰੋਕਸਾਈਡ ਵਗੈਰਾ। ਸੋ ਇਹਨਾਂ ਦੇ ਵਿੱਚ ਵੀ ਮੋਲੀਕੂਲਰ ਵੇਟ ਡਿਵਾਈਡ ਬਾਈ ਐਸਿਡਿਟੀ, ਮਤਲਬ ਮੋਟੇ ਤੌਰ 'ਤੇ ਫਾਰਮੂਲਾ ਮੋਲੀਕੂਲਰ ਵੇਟ ਡਿਵਾਈਡ ਬਾਈ ਵੈਲੈਂਸ ਫੈਕਟਰ ਹੀ ਆ। ਇਹ ਹੁਣ ਵੈਲੈਂਸ ਫੈਕਟਰ, ਵੈਲੈਂਸੀ ਫੈਕਟਰ ਕੌਣ ਆ? ਉਹ ਵੱਖਰੇ ਵੱਖਰੇ ਹਾਲਾਤਾਂ ਵਿੱਚ ਵੱਖਰਾ ਵੱਖਰਾ ਆ। ਐਸਿਡ ਵਾਲੇ ਮਾਮਲੇ ਵਿੱਚ ਇਹ ਬੈਸਿਸਿਟੀ ਆ, ਬੇਸਾਂ ਵਾਲੇ ਮਾਮਲੇ ਵਿੱਚ ਇਹ ਐਸਿਡਿਟੀ ਆ। ਸੋ ਜਿੱਥੇ ਹੁਣ ਆਪਾਂ ਪਹੁੰਚ ਗਏ। ਸੋ ਇਕੁਵਲੈਂਟ ਵੇਟ ਜਿਹੜਾ ਹੈਗਾ ਬੇਸ ਖਾਰ ਦੇ ਮਾਮਲੇ ਦੇ ਵਿੱਚ ਨੰਬਰ 2 ਦੇ ਵਿੱਚ ਇਹਦੀ ਜਿਹੜੀ ਬੇਸ ਹੁੰਦੀ ਆ ਉਹਨਾਂ ਦੀ ਐਸਿਡਿਟੀ ਹੁੰਦੀ, ਉਹਨਾਂ ਦਾ ਜਿਹੜਾ ਗੁਣ ਆ ਕਿਹੜਾ ਹੁੰਦਾ? ਐਸਿਡਿਟੀ। ਸੋ ਇਕੁਵਲੈਂਟ ਵੇਟ ਜਿਹੜਾ ਹੈਗਾ ਉਹ ਮੋਲੀਕੂਲਰ ਵੇਟ ਡਿਵਾਈਡ ਬਾਏ ਐਸਿਡਿਟੀ। ਹੁਣ ਐਸਿਡਿਟੀ ਤੋਂ ਕੀ ਭਾਵ ਆ ਕਿ ਜਿਹੜਾ
OH ਕਿੰਨਾ ਪੈਦਾ ਹੁੰਦਾ ਵਾ, ਜਿਹੜਾ ਬੇਸ ਹੁੰਦੇ ਆ ਉਹ ਬੇਸ ਕਿਉਂ ਹੁੰਦੇ ਆ, ਖਾਰ ਕਿਉਂ ਹੁੰਦੇ ਆ, ਕਿਉਂਕਿ ਉਹਨਾਂ ਦੇ ਕੋਲ OH ਆਕਸੀਜਨ ਤੇ ਹਾਈਡਰੋਜਨ ਮਿਲ ਕੇ OH ਨੈਗੇਟਿਵ ਜਿਹੜਾ ਆ ਉਹ ਪੈਦਾ ਕਰਦੇ ਆ। NaOH ਜਿਹੜਾ ਹੈਗਾ ਉਹ ਇੱਕ OH ਪੈਦਾ ਕਰੂਗਾ, ਇਸ ਲਈ ਇਹਦੀ ਐਸਿਡਿਟੀ 1 ਆ। ਕੈਲਸ਼ੀਅਮ ਹਾਈਡਰੋਕਸਾਈਡ ਜਿਹੜਾ ਹੈਗਾ ਇਹ 2 OH ਪੈਦਾ ਕਰੂਗਾ ਨੈਗੇਟਿਵ, ਇਸ ਲਈ ਇਹਦੀ ਜਿਹੜੀ ਐਸਿਡਿਟੀ 2 ਆ। ਐਲੂਮੀਨੀਅਮ ਹਾਈਡਰੋਕਸਾਈਡ ਦੀ ਜਿਹੜੀ ਐਸਿਡਿਟੀ ਆ ਉਹ 3 ਆ, ਕਿਉਂਕਿ ਇਹਦੇ 'ਚ OH 3 ਪੈਦਾ ਹੋਣਗੇ। ਸੋ ਦੇਅਰਫੋਰ ਮੋਲੀਕੂਲਰ weight ਡਿਵਾਈਡ ਬਾਈ ਐਸਿਡਿਟੀ। ਮੋਲੀਕੂਲਰ weight ਅਸੀਂ ਆਰਾਮ ਨਾਲ ਦੇਖ ਸਕਦੇ, ਸੋਡੀਅਮ ਆਕਸੀਜਨ ਤੇ ਹਾਈਡਰੋਜਨ ਸੋ 23 ਆ, ਤੇ ਇਹਦਾ ਹੋ ਗਿਆ ਆਪਣੇ ਕੋਲ 16 ਤੇ ਇਹਦਾ ਹੋ ਗਿਆ ਆਪਣੇ ਕੋਲ 1। ਸੋ ਮਿਲਾ ਕੇ ਦੇਖ ਲਓ ਕਿੰਨਾ ਬਣਦਾ ਹੈਗਾ ਉਹ ਟੋਟਲ ਡਿਵਾਈਡ ਬਾਏ ਇਹਦੀ ਕਿੰਨੀ ਆ 1, ਸੋ ਡਿਵਾਈਡ ਬਾਏ 1। ਸੋ ਦੈਟ ਇਜ਼ ਯੋਰ ਆਨਸਰ। ਸੋ ਇਹ ਤੁਹਾਡਾ ਆਨਸਰ ਆ ਗਿਆ। ਸੋ 23 ਤੇ 16 ਤੇ 1, ਠੀਕ ਆ। 6 3 9, ਸੋ 23 ਜਮਾ 16 ਜਮਾ 1, 6 ਤੇ 9 ਤੇ 1 10, ਸੋ 40 ਬਣਿਆ ਮੇਰੇ ਖਿਆਲ। ਸੋ 40/1, ਸੋ 40/1, ਸੋ 40/1 ਕਿਉਂ, ਕਿਉਂਕਿ OH ਜਿਹੜਾ 1 ਦਿੰਦਾ। ਸੋ ਇਕੁਅਲੈਂਟ weight ਸੋਡੀਅਮ ਹਾਈਡਰੋਕਸਾਈਡ ਦਾ NaOH ਦਾ ਆਪਣੇ ਕੋਲ 40/1 ਮਤਲਬ 40 ਹੀ ਆ ਗਿਆ। ਸੋ ਜਿੰਨਾ ਮੋਲੀਕੂਲਰ weight ਆ ਉਨਾ ਹੀ ਇਹਦਾ ਇਕੁਅਲੈਂਟ weight ਆ। ਸੋ ਤੀਜੀ ਗੱਲ ਸਾਲਟਸ। ਸੋ ਸਾਲਟ ਵਿੱਚ ਇਕੁਅਲੈਂਟ weight ਕੀ ਹੁੰਦਾ, ਮੋਲੀਕੂਲਰ weight ਡਿਵਾਈਡ ਬਾਏ ਟੋਟਲ ਪੋਜ਼ਿਟਿਵ ਚਾਰਜ ਔਨ ਕਟਾਇਨ। ਕਟਾਇਨ ਤੇ ਅਨਾਇਨ ਦੋ ਹੁੰਦੇ ਆ ਕਟਾਇਨ ਆ ਅਨਾਇਨ ਆ। ਸੋ ਜਿਹੜਾ ਕੈਥੋਡ ਵੱਲ ਨੱਠਦਾ ਉਹ ਕਟਾਇਨ, ਇਹ ਜਿੱਦਾਂ ਕੈਥੋਡ ਵੱਲ ਨੱਠਦਾ ਮਤਲਬ ਜੇ ਆਪਾਂ ਕਰੰਟ ਲਾਈਏ, ਕਰੰਟ ਦੇ ਵਿੱਚ ਆਪਣੇ ਕੋਲ 2 ਇਲੈਕਟ੍ਰੋਡਸ ਹੁੰਦੀਆਂ ਆ, ਇੱਕ ਪੋਜ਼ਿਟਿਵ ਇਲੈਕਟ੍ਰੋਡ ਹੁੰਦੀ ਆ। ਸੋ ਆਹ ਵਾਲੀ ਜਿੱਦਾਂ ਪੋਜ਼ਿਟਿਵ ਇਲੈਕਟ੍ਰੋਡ ਆ, ਸੋ ਆਹ ਜਿਹੜੀ ਆ ਨੈਗੇਟਿਵ ਇਲੈਕਟ੍ਰੋਡ ਆ, ਹੈ ਨਾ, ਨੈਗੇਟਿਵ ਇਲੈਕਟ੍ਰੋਡ ਆ। ਨੈਗੇਟਿਵ ਨੂੰ ਅਸੀਂ ਕਹਿੰਦੇ ਜਦੋਂ ਸੈੱਲ ਲਾਉਂਦੇ ਹਾਂ, ਕਰੰਟ ਲਾਉਂਦੇ, ਵੋਲਟੇਜ ਲਾਉਂਦੇ ਹਾਂ, ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ ਆ। ਸੋ ਇਹ ਵੈਸੇ ਇਹਦੇ ਨਾਲ ਰਿਲੇਟਡ ਗੱਲ ਨਹੀਂ ਹੈ, ਫਾਲਤੂ ਗੱਲ ਮੈਂ ਦੱਸਦਾ ਪਿਆ। ਸੋ ਇਹ ਮਾਈਨਸ ਹੈ ਪਲੱਸ ਆ। ਆਪਾਂ ਇਹਨੂੰ ਐਨੋਡ ਮੰਨਦੇ ਹੁੰਦੇ ਹਾਂ, ਜਿੱਧਰਲੇ ਪਾਸੇ ਕਰੰਟ ਲਾ ਕੇ ਪਲੱਸ ਹੋਵੇ, ਜਿੱਧਰ ਕਰੰਟ ਲਾ ਕੇ ਮਾਈਨਸ ਹੋਵੇ, ਸੈੱਲ ਲਾ ਕੇ ਉਹਨੂੰ ਅਸੀਂ ਕੈਥੋਡ ਕਹਿੰਦੇ ਹੁੰਦੇ ਹਾਂ, ਕੈਥੋਡ। ਸੋ ਆਹ ਕੈਥੋਡ ਆ ਕਿਉਂਕਿ ਇਹਨੂੰ ਮਾਈਨਸ ਮਿਲਿਆ ਸੈੱਲ ਤੋਂ, ਆਹ ਐਨੋਡ ਆ ਕਿਉਂਕਿ ਸੈੱਲ ਦਾ ਪਲੱਸ ਇਹਦੇ ਨਾਲ ਜੁੜਿਆ। ਹੁਣ ਜੇ ਇੱਥੇ ਆਪਣੇ ਕੋਲ ਸੋਡੀਅਮ ਹੋਵੇ ਅਤੇ ਕਲੋਰੀਨ ਹੋਵੇ, ਜਾਂ ਮਾਈਨਸ ਆ ਪਲੱਸ ਆ, ਅਤੇ ਸੋਡੀਅਮ ਕਿੱਧਰ ਨੱਠੂਗਾ, ਇਹ ਮਾਈਨਸ ਵੱਲ ਨੂੰ ਨੱਠੂਗਾ। ਕਲੋਰੀਨ ਕਿੱਧਰ ਨੱਠੂਗਾ, ਪਲੱਸ ਵੱਲ ਨੂੰ ਨੱਠੂਗਾ। ਸੋਡੀਅਮ ਕਿਤੇ ਕੋ ਨੱਠਿਆ, ਕੈਥੋਡ ਕੋ। ਇਸ ਕਰਕੇ ਪਲੱਸ ਵਾਲੇ ਕੌਣ ਹੁੰਦੇ ਆ, ਕਟਾਇਨ, ਕਿਉਂਕਿ ਇਹ ਕੈਥੋਡ ਦੇ ਬੰਦੇ ਹੁੰਦੇ ਆ। ਜਿਹੜੇ ਮਾਈਨਸ, ਜਿਨ੍ਹਾਂ ਦੇ ਮਾਈਨਸ ਹੁੰਦਾ ਵਾ, ਉਹ ਕਿੱਧਰ ਨੱਠਦੇ, ਐਨੋਡ ਕੋਲ। ਇਸ ਕਰਕੇ ਇਹਨਾਂ ਦਾ ਨਾਮ ਹੁੰਦਾ ਐਨਾਇਨ। ਸੋ ਇਹ ਐਨਾਇਨ ਹੁੰਦੇ ਆ। ਸੋ ਪਲੱਸ ਵਾਲੇ ਕੌਣ ਆ, ਕੈਥੋਡ ਵੱਲ ਨੱਠਣਗੇ, ਇਸ ਕਰਕੇ ਕਟਾਇਨ। ਇਹ ਕਿੱਧਰ ਨੱਠਣਗੇ, ਇਹ ਐਨੋਡ ਵੱਲ ਨੱਠਣਗੇ, ਇਸ ਕਰਕੇ ਐਨਾਇਨ। ਸੋ ਜਿਹੜੇ ਟੋਟਲ ਪੋਜ਼ਿਟਿਵ ਚਾਰਜ ਕਟਾਇਨ ਦੇ ਉੱਪਰ ਹੈਗਾ ਜਾਂ ਨੈਗੇਟਿਵ ਚਾਰਜ ਐਨਾਇਨ ਦੇ ਉੱਤੇ, ਦੋਨਾਂ 'ਚ ਇੱਕ ਲੈਣਾ, ਇੱਕੋ ਹੀ ਗੱਲ ਆ। ਸੋ ਟੋਟਲ ਬੈਲੈਂਸ ਹੋ ਕੇ ਤਾਂ 0 ਹੀ ਬਣਨਾ, ਇਸ ਲਈ ਆਪਾਂ ਨੇ ਇੱਕ ਲੈਣਾ ਜਿਹੜਾ ਮਰਜ਼ੀ। ਸੋ ਮੋਲੀਕੂਲਰ weight ਨੂੰ ਅਸੀਂ ਟੋਟਲ ਪਲੱਸ ਚਾਰਜ ਜਿਹੜਾ ਹੈਗਾ ਉਹਦੇ ਨਾਲ ਡਿਵਾਈਡ ਕਰਨਾ। ਇਕੁਅਲੈਂਟ weight ਕੱਢਣ ਲਈ ਕਿਹਦੇ ਲਈ, ਸਾਲਟ ਲੂਣਾਂ ਦੇ ਲਈ, ਜਿਹੜੇ ਨਮਕ ਆ, ਲਵਣ ਆ, ਲੂਣ ਆ, ਉਹਨਾਂ ਦੇ ਲਈ ਜਿਹੜਾ ਇਕੁਅਲੈਂਟ weight ਆ ਮੋਲੀਕੂਲਰ weight ਡਿਵਾਈਡ ਬਾਏ ਟੋਟਲ ਪੋਜ਼ਿਟਿਵ ਚਾਰਜ। ਮਤਲਬ ਇੱਥੇ ਜਿਹੜਾ ਬੈਲੈਂਸੀ ਫੈਕਟਰ ਆਪਾਂ ਲਿਖਿਆ ਸੀ ਕਿ ਇਨ ਜਨਰਲ, ਕਿਉਂਕਿ ਇਸ ਕਰਕੇ ਇਹਨੂੰ ਇੱਕ ਫੈਕਟਰ ਲਿਖ ਲਿਆ ਸੀ। ਸਮ ਫੈਕਟਰ, ਮੋਲੀਕੂਲਰ weight ਨੂੰ ਕਿਸੇ ਫੈਕਟਰ ਦੇ ਨਾਲ ਡਿਵਾਈਡ ਕਰਨਾ ਆ। ਉਹ ਵਾਲਾ ਫੈਕਟਰ ਕੌਣ ਆ, ਜੇ ਤਾਂ ਐਸਿਡ ਹੋਣਗੇ ਫਿਰ ਬੇਸਿਸਿਟੀ ਆ, ਜੇ ਉਹ ਬੇਸ ਹੋਣਗੇ ਫਿਰ ਉਹ ਐਸਿਡਿਟੀ ਆ, ਜੇ ਉਹ ਸਾਲਟ ਹੋਣਗੇ ਫਿਰ ਟੋਟਲ ਪੋਜ਼ਿਟਿਵ ਚਾਰਜ ਔਨ ਕਟਾਇਨ ਹੈਗਾ ਵਾ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਇਹ ਸਾਲਟਸ ਦੇ ਵਿੱਚ ਕਰਨਾ ਹੈਗਾ। ਸੋ ਇਹ ਇਕੁਅਲੈਂਟ weight ਲੱਭਣ ਦਾ ਆਪਾਂ ਨੂੰ ਕੋਲ ਤਰੀਕਾ ਹੈਗਾ। ਹੁਣ ਜਿੱਦਾਂ ਸੋਡੀਅਮ ਕਲੋਰਾਈਡ ਆ, ਮੰਨ ਲਓ ਆਪਣੇ ਕੋਲ, ਹੁਣ ਸੋਡੀਅਮ ਕਲੋਰਾਈਡ ਨੂੰ ਜੇ ਆਪਾਂ ਦੇਖੀਏ ਤਾਂ ਸੋਡੀਅਮ ਪਲੱਸ ਅਤੇ ਕਲੋਰੀਨ ਮਾਈਨਸ ਦੋਨੋਂ ਮਿਲ ਗਏ ਤਾਂ ਸੋਡੀਅਮ ਕਲੋਰਾਈਡ ਬਣਿਆ। ਇਹਦਾ ਟੋਟਲ ਚਾਰਜ +1 ਆਇਆ, ਇਹਦਾ ਮਤਲਬ ਇਹਦੇ 'ਤੇ ਆਪਾਂ ਇੱਥੇ +1 ਨਾਲ ਡਿਵਾਈਡ ਕਰਾਂਗੇ, +1 ਨਾਲ ਮੀਨਸ 1 ਨਾਲ। ਪੋਟਾਸ਼ੀਅਮ ਸਲਫੇਟ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ 2 ਨੈਗੇਟਿਵ ਚਾਰਜ ਹੈ, ਇਹਦਾ ਮਤਲਬ 2 ਹੀ ਪੋਜ਼ੀਟਿਵ ਚਾਰਜ ਹੋਣਗੇ ਤਾਂ ਹੀ ਟੋਟਲ 0 ਬਣਨਾ ਵਾ। ਮਤਲਬ ਜਿਹੜਾ ਸਾਲਟ ਹੁੰਦਾ ਉਹ 'ਤੇ ਕੋਈ ਚਾਰਜ ਨਹੀਂ ਹੁੰਦਾ, ਇਹਦਾ ਮਤਲਬ 2 ਪੋਟਾਸ਼ੀਅਮ ਜਿਹੜੇ ਆ ਪਲੱਸ ਦੇ, ਕਿਉਂਕਿ ਇਹਦੇ ਕੋਲ 1 ਪਲੱਸ ਹੀ ਹੁੰਦਾ, ਇਸ ਕਰਕੇ ਡਬਲ ਪੋਟਾਸ਼ੀਅਮ ਲੱਗੇ ਆ, 2 ਇਹਦੇ ਪੈਰ 'ਚ 2 ਲਿਖਿਆ। ਸੋ ਇਹਦਾ ਮਤਲਬ 2 ਚਾਰਜ ਇਹਦੇ ਵਿੱਚ ਹੈਗੇ ਆ। ਸੋ ਤੁਸੀਂ ਆਹ ਵਾਲੇ 2 ਵੀ ਸਮਝ ਸਕਦੇ ਹੋ। ਸੋ ਇਹਦੇ ਐਲੂਮੀਨੀਅਮ ਬ੍ਰੋਮਾਈਡ ਆ, ਮੰਨ ਲਓ ਤੁਹਾਡੇ ਕੋਲ ਅਲੂਮੀਨੀਅਮ 3+ ਆ, ਇਹਦਾ ਮਤਲਬ 3 ਬ੍ਰੋਮਾਈਡ ਲੱਗੇ ਹੋਣਗੇ, ਮਤਲਬ 3 ਜਿਹੜਾ ਪਲੱਸ ਚਾਰਜ ਆ। ਸੋ ਇਹਦੇ ਵਿੱਚ ਚਾਰਜ ਜਿਹੜਾ ਉਹ 3 ਲੈ ਲਿਆ ਆਪਾਂ ਨੇ। ਇੱਦਾਂ ਮੰਨ ਲਓ ਐਲੂਮੀਨੀਅਮ ਸਲਫੇਟ ਆ ਆਪਣੇ ਕੋਲ, Al2SO4 3 ਹੈਗਾ। ਸੋ ਇਹਦੇ ਵਿੱਚ 2 ਐਲੂਮੀਨੀਅਮ 3+ ਅਤੇ 3 ਸਲਫੇਟ 2- ਜੁੜੇ ਹੋਣਗੇ ਤਾਂ 3 2 6+ ਅਤੇ 3 2 6- ਹੋਇਆ ਹੋਊਗਾ, ਤਾਂ ਟੋਟਲ 0 ਹੋਇਆ ਹੋਊਗਾ। 6 ਚਾਰਜ ਇਹਦੇ ਵਿੱਚ ਇਨਵੋਲਡ ਸੀਗਾ।
पोटाशियम कार्बोनेट ਵਿੱਚ 2K+ ਤੇ 1 ਕਾਰਬੋਨੇਟ 2- ਸੋ ਆਹ ਵਾਲਾ 2 ਲੈ ਲਓ ਜਾਂ 2+ ਇੱਦਾਂ ਕਰਕੇ ਲੈ ਲਓ। ਸੋ ਮਤਲਬ 2 ਦੇ ਨਾਲ ਅਸੀਂ ਡਿਵਾਈਡ ਕਰਾਂਗੇ। ਸੋ ਇਹਦਾ ਮਤਲਬ ਸਾਲਟ ਦੇ ਵਿੱਚ ਮੋਲੀਕੂਲਰ ਵੇਟ ਨੂੰ ਟੋਟਲ ਪੋਜ਼ਿਟਿਵ ਚਾਰਜ ਔਨ ਕਟਾਇਨ ਦੇ ਨਾਲ ਅਸੀਂ ਡਿਵਾਈਡ ਕਰਾਂਗੇ। ਸੋ ਅਸੀਂ ਇਸ ਤਰ੍ਹਾਂ ਲਵਾਂਗੇ। ਸੋ ਇਹਦਾ ਮਤਲਬ ਇਕੁਅਲੈਂਟ ਵੇਟ ਦਾ ਕਨਸੈਪਟ ਥੋੜ੍ਹਾ ਜਿਹਾ ਲੰਬਾ ਹੈਗਾ, TDS ਹੈਗਾ। ਸੋ ਇਹਦੇ 'ਚ ਐਸਿਡ ਵਿੱਚ ਅਲੱਗ ਤਰੀਕਾ ਵਾ, ਬੇਸ ਵਿੱਚ ਅਲੱਗ ਤਰੀਕਾ ਵਾ, ਸਾਲਟ ਵਿੱਚ ਅਲੱਗ ਤਰੀਕਾ ਵਾ। ਸੋ ਬਟ ਮੋਟੇ ਤੌਰ 'ਤੇ ਤੁਸੀਂ ਇਹ ਦੇਖਣਾ ਕਿ ਇਕੁਅਲੈਂਟ ਵੇਟ ਲੱਭਣ ਲਈ ਮੋਲੀਕੂਲਰ ਵੇਟ ਨੂੰ ਇੱਕ ਫੈਕਟਰ ਦੇ ਨਾਲ ਡਿਵਾਈਡ ਕਰਦੇ ਆ। ਉਹ ਵਾਲਾ ਫੈਕਟਰ ਐਸਿਡ ਦੇ ਲਈ ਬੇਸਿਸਿਟੀ, ਬੇਸ ਦੇ ਲਈ ਐਸਿਡਿਟੀ, ਸਾਲਟ ਲਈ ਪੋਜ਼ਿਟਿਵ ਚਾਰਜ ਦੀ ਵੈਲਿਊ ਲੈਣੀ ਪੈਂਦੀ ਆ। ਹੁਣ ਇਹਦੇ 'ਚ ਜਿਹੜੀ ਇਕੁਅਲੈਂਟ ਵੇਟ ਦੇ ਵਿੱਚ ਜਿਹੜੀ ਹੈਗੀ ਆ ਉਹ ਰਿਐਕਸ਼ਨ 'ਤੇ ਡਿਪੈਂਡ ਕਰਦਾ। ਕਈ ਵਾਰੀ ਰਿਐਕਸ਼ਨ 'ਤੇ ਕਿੱਦਾਂ, ਜਿੱਦਾਂ ਸਲਫਿਊਰਿਕ ਐਸਿਡ ਨੂੰ ਜੇ ਸੋਡੀਅਮ ਹਾਈਡਰੋਕਸਾਈਡ ਨਾਲ ਮੰਨ ਲਓ ਅਸੀਂ ਕਿਸੇ ਢੰਗ ਨਾਲ ਰਿਐਕਟ ਕਰਾਈਏ ਤਾਂ ਸਾਡੇ ਕੋਲ ਸੋਡੀਅਮ HSO4 ਬਣੇ, ਤਾਂ ਇਹਦਾ ਮਤਲਬ ਇਹਨੇ ਫਿਰ ਇੱਕ H ਹੀ ਛੱਡਿਆ। HSO4 ਤਾਂ ਇਹਦੇ ਨਾਲ ਜੁੜ ਗਿਆ ਅਤੇ ਇੱਕ ਪਾਣੀ ਨਿਕਲ ਗਿਆ, ਵਾਟਰ ਮੋਲੀਕੂਲ ਨਿਕਲ ਗਿਆ। ਇਹਦਾ ਮਤਲਬ ਇਸ ਵੇਲੇ ਇਹਨੇ ਸਿਰਫ ਇੱਕ H+ ਆਇਨ ਹੀ ਛੱਡਿਆ। ਇਸ ਕਰਕੇ ਹੁਣ ਇਸ ਵੇਲੇ ਇਹ ਵਾਲੀ ਰਿਐਕਸ਼ਨ ਦੇ ਹਿਸਾਬ ਨਾਲ ਇਹਦੀ ਬੇਸਿਸਿਟੀ 1 ਹੋ ਗਈ ਆ। ਪਰ ਜੇ ਸਾਨੂੰ ਪਾਰਟੀਕੂਲਰਲੀ ਕੁਛ ਦੱਸਿਆ ਨਹੀਂ ਗਿਆ, ਕੁਛ ਕਿਹਾ ਨਹੀਂ ਗਿਆ, ਤਾਂ ਫਿਰ ਆਪਾਂ ਇਹਦੀ ਐਸਿਡਿਟੀ ਜਿਹੜੀ ਬੇਸਿਸਿਟੀ ਜਿਹੜੀ ਸਲਫਿਊਰਿਕ ਐਸਿਡ ਦੀ ਉਹ 2 ਹੀ ਮੰਨਣੀ ਆ ਆਮ ਹਾਲਾਤਾਂ ਵਿੱਚ। ਜਿੰਨੀ ਦੇਰ ਕੋਈ ਸਪੈਸ਼ਲ ਗੱਲ ਦੱਸੀ ਨਾ ਜਾਵੇ ਉਨੀ ਦੇਰ ਤੱਕ ਅਸੀਂ ਨੋਰਮਲ ਜੋ ਆਮ ਗੱਲਬਾਤ ਆ ਉਹੀ ਕਰਦੇ ਰਹਿਣਾ। ਸਪੈਸ਼ਲ ਗੱਲ ਅਸੀਂ ਬਾਅਦ ਵਿੱਚ ਕਰਨੀ ਜੇ ਉਹ ਦੱਸੀ ਹੋਊਗੀ, ਸਪੈਸ਼ਲ ਗੱਲ ਦੇ ਬਾਰੇ ਕੋਈ ਗੱਲ ਕੀਤੀ ਹੋਊਗੀ। ਸੋ ਦੈਨ ਯੂ ਹੈਵ, ਹੁਣ ਆਪਾਂ ਇਹ ਵਾਲੀ ਗੱਲ ਨੂੰ ਦੁਬਾਰਾ ਦੇਖੀਏ। ਨੰਬਰ ਆਫ ਮੋਲਸ ਦਾ ਕੰਸੈਪਟ ਆਪਾਂ ਦੇਖ ਚੁੱਕੇ ਹਾਂ। ਸੋ ਨੰਬਰ ਆਫ ਮੋਲਸ ਦੇ ਵਿੱਚ ਆਪਾਂ ਨੂੰ ਪਤਾ ਕਿ ਜੇ ਕੋਈ ਮਾਸ ਮੰਨ ਲਓ ਜਿੱਦਾਂ 12 ਗ੍ਰਾਮ ਸੋਡੀਅਮ ਆ ਸਾਡੇ ਕੋਲ, ਅਤੇ ਅਸੀਂ ਕਹੀਏ ਇਹਦੇ ਮੋਲ ਲੱਭੋ, ਤਾਂ ਅਸੀਂ ਕਿੱਦਾਂ ਲੱਭਦੇ ਹੁੰਦੇ ਹਾਂ। ਸੋ ਛੋਟਾ m ਮਤਲਬ ਜਿਹੜੇ ਗ੍ਰਾਮ ਉਹਨੇ ਦਿੱਤੇ ਅਤੇ ਉਹਦਾ ਮੋਲੀਕੂਲਰ ਮਾਸ। ਸੋ ਆਹ ਹੈਗਾ ਮਾਸ ਗਿਵਨ। ਸੋ ਮਾਸ ਗਿਵਨ ਆ ਜਿਹੜਾ ਵੀ ਇਹਦੇ ਲੱਭੋ, ਅਤੇ ਇਹ ਹੈਗਾ ਮੋਲੀਕੂਲਰ ਜਾਂ ਐਟੋਮਿਕ ਮਾਸ, ਐਟੋਮਿਕ ਜੇ ਜਾਂ ਮਾਸ ਜਾਂ ਮੋਲੀਕੂਲਰ ਮਾਸ ਜਿਹੜਾ ਵੀ ਹੈਗਾ। ਜੇ ਸੋਡੀਅਮ ਆ ਤਾਂ ਫਿਰ ਐਟੋਮਿਕ ਮਾਸ ਹੋ ਜਾਣਾ। ਜੇ ਮੰਨ ਲਓ HCl ਹੁੰਦਾ ਤਾਂ ਫਿਰ ਇਹ ਮੋਲੀਕੂਲਰ ਮਾਸ ਹੋ ਜਾਣਾ ਸੀ। ਜੇ ਸੋਡੀਅਮ ਕਲੋਰਾਈਡ ਹੁੰਦਾ ਤਾਂ ਵੀ ਮੋਲੀਕੂਲਰ ਮਾਸ ਹੋ ਜਾਣਾ ਸੀਗਾ ਐਟਸੈਟਰਾ। ਸੋ H2O ਹੁੰਦਾ, ਪਾਣੀ ਹੁੰਦਾ, ਤਾਂ ਵੀ ਮੋਲੀਕੂਲਰ ਮਾਸ ਹੋ ਜਾਣਾ ਸੀ। ਜੇ ਇੱਥੇ ਕੋਈ ਗੋਲਡ ਹੁੰਦਾ, Au ਹੁੰਦਾ ਤਾਂ ਐਟੋਮਿਕ ਮਾਸ ਹੋ ਜਾਣਾ ਸੀ। ਮੈਗਨੀਸ਼ੀਅਮ ਹੁੰਦਾ ਐਟੋਮਿਕ ਮਾਸ ਹੋ ਜਾਣਾ ਸੀ। ਸੋ ਇਹ ਗੱਲ ਆਪਾਂ ਨੂੰ ਪਤਾ ਹੈਗੀ ਵੀ ਜਿਹੜਾ ਮਾਸ ਆ 2-4 ਗ੍ਰਾਮ, 10 ਗ੍ਰਾਮ, 20 ਗ੍ਰਾਮ ਅਸੀਂ ਜਿਹੜਾ ਇੱਕ ਲਿਆ ਉਹ ਵਾਲਾ ਮਾਸ ਡਿਵਾਈਡ ਬਾਏ ਜਿਹਦਾ ਹੈਗਾ ਉਹ ਜਿਹੜੀ ਵੀ ਚੀਜ਼ ਦਾ ਮਾਸ ਆ, ਸੋ ਉਹਦਾ ਮੋਲੀਕੂਲਰ ਜਾਂ ਉਹਦਾ ਐਟੋਮਿਕ ਮਾਸ ਡਿਵਾਈਡ ਕਰ ਦਈਏ। ਮਤਲਬ m ਨੂੰ ਵੱਡੇ m ਨਾਲ ਅਸੀਂ ਡਿਵਾਈਡ ਕਰ ਦਿੰਦੇ ਹੁੰਦੇ ਹਾਂ ਤਾਂ ਸਾਡੇ ਕੋਲ ਨੰਬਰ ਆਫ ਮੋਲਸ ਆ ਜਾਂਦੇ ਹੁੰਦੇ ਆ। ਸੋ ਇਹ ਆਪਾਂ ਨੂੰ ਗੱਲ ਪਤਾ ਹੀ ਆ। ਜਿੱਦਾਂ ਆਪਾਂ ਸੋਡੀਅਮ ਦੀ ਗੱਲ ਕਰ ਲਈ ਕਿ 12 ਗ੍ਰਾਮ ਸੋਡੀਅਮ ਹੋਵੇ ਤਾਂ ਫਿਰ 'ਚ ਮੋਲ ਕਿੰਨੇ ਹੋਣਗੇ, 12/23, ਕਿਉਂਕਿ ਉਹਦਾ ਜਿਹੜਾ ਐਟੋਮਿਕ ਮਾਸ ਆ 23 ਆ। ਸੋ ਇਹਨੂੰ ਡਿਵਾਈਡ ਕਰਕੇ 5/2 ਆਊਗਾ। ਸੋ ਇਹ ਆਪਾਂ ਨੂੰ ਆਲਰੇਡੀ ਪਤਾ ਸੀ। ਨੰਬਰ ਆਫ ਮੋਲਸ ਅਸੀਂ ਇੱਦਾਂ ਕੱਢ ਲਏ, ਕਾਫੀ ਡਿਟੇਲ 'ਚ ਅਸੀਂ ਇਹਦੀ ਗੱਲ ਕਰ ਚੁੱਕੇ ਹਾਂ। ਸੋ ਦਿਸ ਵੀ ਆਲਰੇਡੀ ਨੋ। ਹੁਣ ਗੱਲ ਹੈ ਕਿ ਨੰਬਰ ਆਫ ਗ੍ਰਾਮ ਇਕੁਅਲੈਂਟ ਦੀ। ਸੋ ਨੰਬਰ ਆਫ ਗ੍ਰਾਮ ਇਕੁਅਲੈਂਟ ਦਾ ਫਾਰਮੂਲਾ ਵੀ ਇਹਦੇ ਵਰਗਾ ਹੀ ਆ। ਦੇਖੋ ਆਹ ਛੋਟਾ m ਮੈਨੇ ਜਿਹੜਾ ਅਸੀਂ ਇੱਕ ਕੋਈ ਚਮਚਾ, 2 ਚਮਚੇ, ਇੱਕ ਪੁੜੀ, ਕੋਈ ਸਮਥਿੰਗ ਜਿਹੜਾ ਹੈਗਾ ਮਾਸ ਲਿਆ ਹੈਗਾ, ਜ਼ਿਆਦਾ ਲਿਆ, ਘੱਟ ਲਿਆ, ਜਿੰਨਾ ਵੀ ਲਿਆ ਅਸੀਂ ਆਪ ਲੈ ਲਿਆ, ਠੀਕ ਆ ਨਾ। ਉਹ ਜਿਹੜਾ ਆਪ ਲੈ ਲਿਆ ਇਹ ਉਹ ਵਾਲਾ ਮਾਸ ਹੈ, ਐਕਚੁਅਲ ਮਾਸ, ਠੀਕ ਆ। ਮਾਸ ਜਿਹੜਾ ਤੁਹਾਨੂੰ ਗਿਵਨ ਆ, ਮਾਸ ਗਿਵਨ, ਸੋ ਇਹ ਉਹ ਵਾਲਾ ਮਾਸ ਹੈ ਡਿਵਾਈਡ ਬਾਈ ਇਕੁਅਲੈਂਟ ਵੇਟ। ਸੋ ਜਿਹਦਾ ਹੈਗਾ ਉਹਦਾ ਇਕੁਅਲੈਂਟ ਵੇਟ। ਸੋ ਇਕੁਅਲੈਂਟ ਵੇਟ ਹੋਣੀ ਆਪਾਂ ਪਿੱਛੇ ਦੇਖਿਆ ਕਿ ਕੱਢਣਾ ਕਿੱਦਾਂ ਵਾ। ਇਕੁਅਲੈਂਟ ਵੇਟ ਕੱਢਣ ਲਈ ਆਪਾਂ ਕੀ ਕਿਹਾ ਸੀਗਾ ਕਿ ਉਹਦੇ ਮੋਲੀਕੂਲਰ ਮਾਸ ਨੂੰ ਵੈਲੈਂਸੀ ਫੈਕਟਰ ਨਾਲ ਡਿਵਾਈਡ ਕਰੋ। ਜਦੋਂ ਵੈਲੈਂਸੀ ਫੈਕਟਰ ਨਾਲ ਇੱਥੇ ਡਿਵਾਈਡ ਕਰਾਂਗੇ ਤਾਂ ਡਿਵਾਈਡ ਦੇ ਵਾਲਾ ਜਿਹੜਾ ਪਹਿਲਾਂ ਹੀ ਡਿਵਾਈਡ ਸੀ ਉਹ ਫਿਰ ਉੱਪਰ ਜਾ ਕੇ ਮਲਟੀਪਲਾਈ ਹੋ ਜਾਂਦਾ। ਇੰਨਾ ਕੁ ਮੈਥਮੈਟਿਕਸ ਆਪਾਂ ਨੂੰ ਆਉਂਦਾ। ਸੋ ਜੇ ਆਪਣੇ ਕੋਲ A/B/C ਹੁੰਦਾ ਤਾਂ ਫਿਰ ਜਿਹੜਾ A/B/C ਹੋ ਜਾਂਦਾ ਹੈਗਾ। ਸੋ ਇੱਥੇ ਮੋਲੀਕੂਲਰ ਮਾਸ ਡਿਵਾਈਡ ਬਾਏ ਵੈਲੈਂਸੀ ਫੈਕਟਰ ਆਉਣਾ ਸੀ। ਇੱਥੇ ਵੈਲੈਂਸੀ ਫੈਕਟਰ ਆਉਣਾ ਸੀ। ਸੋ ਉਹ ਵੈਲੈਂਸੀ ਫੈਕਟਰ ਬਟੇ ਵਾਲਾ ਸੀਗਾ, ਉਹ ਇੱਥੋਂ ਛੱਡ ਕੇ ਸਿੱਧਾ ਹੀ ਉੱਪਰ ਮਲਟੀਪਲਾਈ ਕਰਵਾਤਾ। ਜਦੋਂ ਅਸੀਂ ਇਹਨੂੰ ਉੱਪਰ ਮਲਟੀਪਲਾਈ ਕਰਾਤਾ ਤਾਂ ਹੁਣ ਆਹ ਧਿਆਨ ਨਾਲ ਦੇਖੋ ਆ ਕੀ ਚੀਜ਼ ਆ। ਮਾਸ ਗਿਵਨ ਆ, ਮੋਲੀਕੂਲਰ ਮਾਸ ਆ। ਮਾਸ ਗਿਵਨ ਤੇ ਮੋਲੀਕੂਲਰ ਮਾਸ ਦੀ ਰੇਸ਼ੋ ਕੀ ਹੁੰਦੀ ਆ? ਮਾਸ ਗਿਵਨ ਤੇ ਮੋਲੀਕੂਲਰ ਮਾਸ ਜਾਂ ਐਟੋਮਿਕ ਮਾਸ ਕੀ ਹੁੰਦਾ? ਮੋਲਸ। ਇਹਦਾ ਮਤਲਬ ਦਿਸ ਥਿੰਗ ਇਜ਼ ਨੰਬਰ ਆਫ ਮੋਲਸ। ਇਹ ਨੰਬਰ ਆਫ ਮੋਲਸ ਆ ਇਨਟੂ ਵੈਲੈਂਸੀ ਫੈਕਟਰ ਆ। So you have number of gram equivalent is equal to number of moles into valency factor। ਸੋ ਆ ਜਿਹੜਾ ਆਪਾਂ ਜੇ ਦੇਖੀਏ ਇਸ ਗੱਲ ਨੂੰ ਧਿਆਨ ਨਾਲ, ਸੋ m ਓਵਰ ਮੋਲੀਕੂਲਰ ਮਾਸ ਹੈ, m ਓਵਰ ਮੋਲੀਕੂਲਰ ਜਾਂ ਐਟੋਮਿਕ ਮਾਸ ਬੇਸਿਕਲੀ ਤੁਸੀਂ ਕਹਿ ਲਓ, ਤਾਂ ਇਹ ਕੀ ਹੈਗਾ? ਨੰਬਰ ਆਫ ਮੋਲਸ ਤੇ ਇਨਟੂ ਵੈਲੈਂਸੀ ਫੈਕਟਰ। ਸੋ ਆਪਣੇ ਕੋਲ ਫਾਰਮੂਲਾ ਜਿਹੜਾ ਨੰਬਰ ਆਫ ਗ੍ਰਾਮ ਇਕੁਅਲੈਂਟ ਦਾ ਕੀ ਬਣ ਗਿਆ? ਮੋਲਸ ਨੂੰ ਉਹਦੇ ਵੈਲੈਂਸੀ ਫੈਕਟਰ ਨਾਲ, ਮਤਲਬ ਐਸਿਡਿਟੀ ਨਾਲ, ਬੇਸਿਸਿਟੀ ਨਾਲ ਜਾਂ ਪੋਜ਼ਿਟਿਵ ਚਾਰਜਸ ਦੀ ਗਿਣਤੀ ਨਾਲ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲ ਨੰਬਰ ਆਫ ਗ੍ਰਾਮ ਇਕੁਅਲੈਂਟ ਆ ਜਾਣਗੇ।
ਸੋ ਵੈਲੈਂਸੀ ਫੈਕਟਰ ਇੱਥੇ ਕੀ ਹੈਗਾ, ਉਹ ਆਪਾਂ ਦੱਸਦਾ ਵਿਸਿਸਿਟੀ ਹੈਗੀ ਐਸਿਡ ਵਾਲੇ ਮਾਮਲੇ 'ਚ, ਐਸਿਡਿਟੀ ਹੈਗੀ ਆ ਬੇਸ ਵਾਲੇ ਮਾਮਲੇ 'ਚ, ਤੇ ਟੋਟਲ ਪੋਜ਼ਿਟਿਵ ਚਾਰਜ ਹੈਗਾ ਸਾਲਟ ਵਾਲੇ ਮਾਮਲੇ ਵਿੱਚ, ਜਾਂ ਨੈਗੇਟਿਵ ਚਾਰਜ ਕੋਈ ਗੱਲ ਆ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਨੰਬਰ ਆਫ ਗ੍ਰਾਮ ਇਕੁਇਵਲੈਂਟ ਹੈਗੇ ਆ ਉਹ ਨੰਬਰ ਆਫ ਮੋਲਸ ਨੂੰ ਵੈਲੈਂਸੀ ਫੈਕਟਰ ਨਾਲ ਐਸਿਡਿਟੀ ਵਿਸਿਸਿਟੀ ਨੰਬਰ ਆਫ ਚਾਰਜਸ ਨਾਲ ਮਲਟੀਪਲਾਈ ਕਰਕੇ ਆਨਸਰ ਆ ਜਾਂਦਾ। ਹੁਣ ਮੰਨ ਲਓ ਇੱਕ ਐਗਜ਼ਾਮਪਲ ਹੈ ਇਹਦਾ, ਸਾਨੂੰ ਵੈਸੇ ਕੀ ਫਾਇਦਾ ਇਹ ਸਾਰੀ ਗੱਲਬਾਤ ਦਾ, ਇਹ ਸਾਰੀ ਗੱਲਬਾਤ ਦਾ ਇਹ ਫਾਇਦਾ ਕਿ ਕਦੇ ਵੀ ਕੋਈ ਵੀ ਰਿਐਕਸ਼ਨ ਹੋਵੇ ਤਾਂ ਉਹਦੇ ਹਮੇਸ਼ਾ ਸੇਮ 1 ਗ੍ਰਾਮ ਇਕੁਇਵਲੈਂਟ ਜਿਹੜਾ ਹੁੰਦਾ ਵਾ ਕਿਸੇ ਵੀ ਰਿਐਕਸ਼ਨ ਦਾ, ਕੈਮੀਕਲ ਰਿਐਕਸ਼ਨ ਜਦੋਂ ਵੀ ਕਰਦੀ ਟੇਕ ਪਲੇਸ ਕਰਦੀ ਆ ਹੁੰਦੀ ਆ, ਤਾਂ ਉਹ ਕੈਮੀਕਲ ਰਿਐਕਸ਼ਨ ਦੇ ਵਿੱਚ ਹਮੇਸ਼ਾ ਆਪਣੇ ਕੋਲ 1 ਗ੍ਰਾਮ ਇਕੁਇਵਲੈਂਟ ਹੀ ਰਿਐਕਟੈਂਟ ਰਿਐਕਟ ਕਰਦੇ ਆ। ਮਤਲਬ ਜੇ ਏ ਅਤੇ ਬੀ ਨੇ ਰਿਐਕਟ ਕਰਨਾ ਸੀ ਅਤੇ ਕੋਈ ਸਮਥਿੰਗ ਬਣਨਾ ਸੀ, ਜੋ ਮਰਜ਼ੀ ਬਣੇ ਸਾਨੂੰ ਕੀ, ਇਹਦਾ ਵੀ 1 ਗ੍ਰਾਮ ਇਕੁਇਵਲੈਂਟ ਆਉਣਾ ਆ, ਇਹਦਾ ਵੀ 1 ਗ੍ਰਾਮ ਇਕੁਇਵਲੈਂਟ ਆਉਣਾ ਆ। ਸੋ ਇਹਦਾ ਵੀ 1 ਗ੍ਰਾਮ ਹੋਣਾ, ਇਹਦਾ ਵੀ, ਮੋਲ ਜਿੰਨੇ ਮਰਜ਼ੀ ਹੋਣ। ਮੰਨ ਲਓ ਇਹਨੂੰ ਬੈਲੈਂਸ ਕਰ ਲਈ, ਮੈਂ ਇੱਥੇ 3 ਲਿਖਤਾ, ਇੱਥੇ ਮੈਂ 5 ਲਿਖਦਾ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ, ਇਹ ਬੈਲੈਂਸ ਹੋ ਕੇ ਸਾਰੀ ਰਿਐਕਸ਼ਨ ਬਣਨੀ ਆ। ਬਟ 1 ਗ੍ਰਾਮ ਇਕੁਇਵਲੈਂਟ ਇਹਦਾ ਰਹਿਣਾ ਅਤੇ 1 ਗ੍ਰਾਮ ਇਕੁਇਵਲੈਂਟ ਇਹਦਾ ਰਹਿਣਾ। ਹਮੇਸ਼ਾ 1 ਗ੍ਰਾਮ ਇਕੁਇਵਲੈਂਟ ਨੇ 1 ਗ੍ਰਾਮ ਇਕੁਇਵਲੈਂਟ ਦੇ ਨਾਲ ਹੀ ਰਿਐਕਸ਼ਨ ਕਰਨੀ ਆ। ਬਾਕੀ ਤੁਸੀਂ ਰਿਐਕਸ਼ਨ ਜਿੱਦਾਂ ਮਰਜ਼ੀ ਲਿਖੀ ਜਾਓ। ਜਿੱਦਾਂ ਹੁਣ ਆ ਇੱਕ ਲਿਖੀ ਆਪਾਂ H2SO4 ਅਤੇ ਸੋਡੀਅਮ ਹਾਈਡਰੋਕਸਾਈਡ ਦੀ ਰਿਐਕਸ਼ਨ ਕੀਤੀ, ਇਹਦੇ ਵਿੱਚ ਜਦੋਂ ਅਸੀਂ ਇਹਨੂੰ ਬਣਾਇਆ ਤਾਂ ਸੋਡੀਅਮ ਸਲਫੇਟ ਅਤੇ ਵਾਟਰ ਜਿਹੜਾ ਹੈਗਾ ਉਹ ਪੈਦਾ ਹੋਇਆ ਆਪਣੇ ਕੋਲ। ਜੇ ਅਸੀਂ ਇਹਨੂੰ ਬੈਲੈਂਸ ਕਰਦੇ ਹਾਂ ਤਾਂ 1 H2SO4 ਅਤੇ ਡਬਲ ਸੋਡੀਅਮ ਹਾਈਡਰੋਕਸਾਈਡ ਅਤੇ Na2SO4 ਅਤੇ 2 H2O ਸਾਡੇ ਕੋਲ ਬੈਲੈਂਸਿੰਗ ਫੈਕਟਰ ਜਿਹੜੇ ਆ ਇੱਥੇ ਕੋਫੀਸ਼ੀਐਂਟ ਸਟੋਕਿਓਮੈਟ੍ਰਿਕ ਫੈਕਟਰ ਇਹਨਾਂ ਨੂੰ ਕਹਿੰਦੇ ਆ। ਸੋ ਇਹ ਜਿਹੜੇ ਹੈਗੇ ਇੱਥੋਂ ਪਤਾ ਲੱਗਦਾ ਕਿ ਇਹਦਾ 1 ਮੋਲ ਲੈਣਾ ਪੈਣਾ ਸੀ, ਇਹਦੇ 2 ਮੋਲ ਲੈਣੇ ਪੈਣੇ ਸੀ, ਤਾਂ ਜੋ ਵੀ ਇੱਧਰ ਹੋਇਆ ਇਹਦੇ ਨਾਲ ਫਿਲਹਾਲ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਸੋ ਇਹਦੇ 1 ਮੋਲ ਦਾ ਕੀ ਮਤਲਬ, ਇਹਦੀ ਹੁਣ ਤੁਹਾਨੂੰ ਪਤਾ ਇਹਦੀ ਵਿਸਿਸਿਟੀ H2SO4 ਦੀ ਕਿੰਨੀ ਆ, 2। ਇਹਦਾ 1 ਮੋਲ ਨੂੰ ਆਪਾਂ ਹੁਣੀ ਉੱਪਰ ਗੁਣਾ ਕਰਕੇ ਆਏ ਆਹ ਵਾਲਾ ਫਾਰਮੂਲਾ ਕਿ ਮੋਲ ਨੂੰ ਉਹਦੇ ਫੈਕਟਰ ਨਾਲ ਗੁਣਾ ਕਰ ਦਿਓ। ਸੋ ਇਹਦੀ ਕਿੰਨੀ ਆ, 2। ਸੋ ਇਹਦੇ 1 ਨੂੰ 2 ਨਾਲ ਗੁਣਾ ਕੀਤਾ ਕਿੰਨਾ ਆ, 2। ਇਹਦੇ ਮੂਹਰੇ 2 ਲਿਖਿਆ ਵਾ, ਇਹਦਾ OH ਕਿੰਨਾ ਨਿਕਲਣਾ, 1। ਇਹਦਾ 2 ਮੋਲ ਆ, 2 ਮੋਲ ਨੂੰ 1 ਨਾਲ ਗੁਣਾ ਕਰ ਦਿਓ ਅਤੇ ਇਹਦਾ ਕਿੰਨਾ ਆ, 2। ਇਹਦਾ 2 ਗ੍ਰਾਮ ਇਕੁਇਵਲੈਂਟ 2 ਗ੍ਰਾਮ ਇਕੁਇਵਲੈਂਟ ਨਾਲ ਹੀ ਰਿਐਕਟ ਕਰਦੇ ਪਏ ਆ। ਮਤਲਬ ਰੇਸ਼ੋ ਜੇ ਆਪਾਂ ਦੇਖੀਏ ਤਾਂ 1 ਗ੍ਰਾਮ ਦੇ ਨਾਲ ਹੀ ਰਿਐਕਸ਼ਨ ਹੁੰਦੀ ਆ। ਸੋ ਇਹ ਇਸ ਸਾਰੀ ਗੱਲਬਾਤ ਦੀ ਇੱਕ ਇੰਪੋਰਟੈਂਟ ਜਿਹੜੀ ਗੱਲਬਾਤ ਆ ਵੀ ਇਹ ਆਪਾਂ ਗ੍ਰਾਮ ਇਕੁਇਵਲੈਂਟ ਦੀ ਸਾਰੀ ਗੱਲ ਕਿਉਂ ਸਿੱਖੀ ਆ। ਸੋ ਦਿਸ ਇਜ਼ ਦਾ ਰੀਜ਼ਨ। ਥੈਂਕ ਯੂ।